ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਾਹਿਬੇ ਸਹਾਬਾ ਜੋਤ ਰੂਪ ਹਰ ਆਪ, ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੀ ਮਿਹਰ ਸਦਕਾ ਸੋਦਰ ਚੌਂਕੀ ਦੇ ਕੀਰਤਨ ਹਰ ਕੀਰਤ ਹਮਰੀ ਰਹਿ ਰਾਸ, ਆਰਤੀ ਅਰਦਾਸ ਤੇ ਫਿਰ ਸਦਾਏ ਖਾਸ ਗੁਰੂਦੇਵ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਆਪ ਜੀ ਨੇ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਸਾਹਿਬੇ ਕਮਾਲ ਜਗਤ ਗੁਰੂਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਜੀਵਨ ਦਰਸ਼ਨ ਦੀਦਾਰ ਅੰਮ੍ਰਿਤ ਜੀਵਨ ਕਥੜੀਆਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਸਰਵਣ ਕਰ ਸਕੀਏ। ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਜੋ 8ਵੀਂ ਰਾਸ ਵਿੱਚ 15ਵਾਂ ਅਧਿਆਏ ਸੰਪੂਰਨ ਹੋਇਆ, 16ਵਾਂ ਪ੍ਰਾਰੰਭ ਹੋਇਆ, ਜੋ ਕਿ ਆਉਣ ਵਾਲੇ 17, 18, 19 ਇਸ ਨਵੰਬਰ ਮਹੀਨੇ ਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ 553 ਸਾਲਾ ਪ੍ਰਕਾਸ਼ ਦਿਵਸ ਪਟਨਾ ਸਾਹਿਬ ਦੀ ਧਰਤੀ 'ਤੇ ਬੜੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ, ਜਿਸ ਵਿੱਚ 13 ਤਾਰੀਖ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਪ੍ਰਾਰੰਭ ਹੋ ਜਾਵਣਗੀਆਂ। 17 ਤਰੀਕ ਨੂੰ ਵੱਡੀਆਂ ਪ੍ਰਭਾਤ ਫੇਰੀਆਂ ਪਹੁੰਚਣਗੀਆਂ। 18 ਨੂੰ ਸ੍ਰੀ ਗੁਰੂ ਕੇ ਬਾਗ ਪਾਵਨ ਅਸਥਾਨ ਤੋਂ ਸੁੱਕੇ ਹਰੇ ਕੀਏ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜੀ ਵਾਹੇ, ਐਸੇ ਪਾਵਨ ਪਵਿੱਤਰ ਅਸਥਾਨ ਤੋਂ ਨਗਰ ਕੀਰਤਨ ਆਰੰਭ ਹੋ ਕੇ ਲਗਭਗ 5 ਘੰਟੇ ਰਸਤੇ ਵਿੱਚ ਬਾਣੀ ਗਾਉਂਦਿਆਂ ਸ਼ਬਦ ਪੜ੍ਹਦਿਆਂ ਮਹਾਰਾਜ ਜੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਬਾਹਰੋਂ ਆਈਆਂ ਹੋਈਆਂ तमाम ਸੰਗਤਾਂ
और गुरसिख प्यार वाले और पटना साहिब जी दे लोकल निवासी बिहारी कम्यूनिटी वो सारे भी इस दिन ते वड्डियां खुशियां प्रगट करते ने। रोड दे दोहें पासी जगह जगह संगतां दी सेवा और खूबसूरत फुल्लां दी बारिश करते हैं। बड़ा अलौकिक दृश्य बनता है। 2 साल पिछले लॉकडाउन करके ये नगर कीर्तन नहीं हो सकिया, पर इस बार महाराज जी की बख्शिश सदका ये नगर कीर्तन चलणगे और तखत साहिब पहुँचणगे। आप जी नूं इस गल का भी बोध होवेगा कि पावन पवित्र सचखंड तखत श्री हरमंदर जी पटना साहिब विखे श्री गुरु गोबिंद सिंह महाराज जी दे आगमन तो पहला, गुरु नानक देव जी दे आगमन ते ज्योति जोत दिवस तो पहला, श्री गुरु अर्जन देव महाराज जी की शहादत तो कुछ दिन पहला आदिक दिनां ते लड़ीवार कथा कोई 10 दिन या हफ्ता उस संबंध विच चलती है। इसलिए आप जी की जानकारी विच दे रहे हाँ ताकि ऐसा ना महसूस होवे बई शायद गुरु हरगोबिंद साहब जी की कथा विचे ही रोक दिती है ते मुढ़ तो गुरु नानक देव जी तो शुरू कर लई। आने वाले जड़े दिहाड़े ने 19 तारीख तक गुरु नानक देव जी के आगमन संबंधी ये महान लड़ीवार गुरु विचार, गुरु गाथा, गुरु इतिहास आप सरवण करोगे। गुरुदेव जी के पावन जीवन नूं बयान कर दियां ये पावन पवित्र अमृतमयी सतरां जो भाई साहब भाई संतोख सिंह जी ने नतमस्तक होंदियां होया दर्ज कीतियां हन, जो सतगुरु ने उन्हां दी झोली च पाया, वो सारा सरवण करिए। पेशतर जितने हाज़री भर रहे हो मिल के आखो धन गुरु नानक देव जी महाराज। एक बारी फिर सारे आखो जी धन गुरु नानक देव जी महाराज। हाँ जी। सतनाम श्री वाहिगुरु साहिब जी। चौपाई मोर मनोरथ पयो जहाजू, सिंध जे बिघन अथाह समाजू। ऐसा भाई संतोख सिंह जी गुरु नानक देव महाराज जी दे चरण कमलों ते सीस रखदियां सब तो पहला अरदास बेनती करते हैं कि हे सतगुरु पातशाह आप जी दा जो पावन जीवन लिखण लई आपने अंदरों प्रेरणा की है कि मैं आप जी दियां अमृतमयी गाथावां लिख सकां जिन्हां विच आप जी दा प्रेम ते असीस शामिल होवे। महाराज ये मेरे लिए छोटा काम नहीं, ये काम बहुत वड्डा है। जैसे कोई वड्डा जहाज़ बहुत भार नाल लद के ते सागर विच ठेल दिता जाए तो कदम कदम ते हर एक तरंग उस लई रुकावट बनदी। महाराज सच्चे पातशाह समय नाल विघन पै सकते हैं, समय नाल शरीर ढिला हो सकता है या कोई होर रुकावट बन सकती है। इसलिए मैं आप जी दे चरनां च प्रार्थना करदा ये जिहड़ा मेरा कारज है आप जी की कथा लिखण दा एक जहाज़ की तरह है। सिंध जे बिघन अथाह समाजू। महाराज सच्चे पातशाह ये पावन थोड़ी जीवन गाथा, थोड़े अमृत बचन, थोड़ा एक एक बचन ते एक एक लम्हा
ਬਿਆਨ ਕਰਨਾ ਇਸ ਤਰ੍ਹਾਂ ਹੈ ਜੈਸੇ ਬਹੁਤ ਵੱਡਾ ਜਹਾਜ਼ ਲੱਦ ਕੇ ਤੇ ਸਾਗਰ ਵਿੱਚ ਠੇਲ ਦਿੱਤਾ ਹੋਵੇ। ਪਰ ਮਹਾਰਾਜ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਗਰ ਵਾਂਗੂ ਹਨ, ਬਹੁਤ ਜ਼ਿਆਦਾ ਸਮੱਸਿਆਵਾਂ ਹਨ। ਮੇਰੇ ਵੱਸ ਦੀ ਗੱਲ ਨਹੀਂ ਕਿ ਇਹਨਾਂ ਅਥਾਹ ਬਿਘਨਾਂ ਦੇ ਸਾਗਰ ਤੋਂ ਪਾਰ ਪਾ ਸਕਾਂ। ਹਾਂਜੀ, ਕਰੁਣਾ ਧਾਰ ਕਰਹਿ ਗੁਰ ਕਰੁਣਾ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਰੁਣਾ ਕਰੋ, ਕਿਰਪਾ ਕਰੋ ਤੇ ਕਰਨਧਾਰ ਆਪ ਹੀ ਬਣ ਜਾਓ। ਕਰਨਧਾਰ ਕਹਿੰਦੇ ਨੇ ਜੈਸੇ ਦਿਸ਼ਾ ਬਦਲਣ ਵਾਸਤੇ, ਜਹਾਜ਼ ਨੂੰ ਸੇਧ ਦੇਣ ਵਾਸਤੇ ਮਲਾਹ ਦੇ ਕੋਲ ਇੱਕ ਹੈਂਡਲ ਪਕੜਿਆ ਹੁੰਦਾ, ਜਿਸ ਦੇ ਨਾਲ ਥੱਲੇ ਉਹ ਯੰਤਰ ਲੱਗਿਆ ਹੁੰਦਾ ਹੈ, ਜਿਸ ਨੂੰ ਉਲਟੀ ਦਿਸ਼ਾ 'ਚ ਘੁਮਾਉਣ ਨਾਲ ਜਹਾਜ਼ ਸਿੱਧਾ ਜਾਂਦਾ। ਭਾਵ ਜੇ ਜਹਾਜ਼ ਨੂੰ ਖੱਬੇ ਮੋੜਨਾ ਹੋਵੇ ਤੇ ਉਸ ਨੂੰ ਸੱਜੇ ਪਾਸੇ ਨੂੰ ਕਰਨਾ ਪੈਂਦਾ, ਤੇ ਜੇ ਸੱਜੇ ਮੋੜਨਾ ਹੋਵੇ ਤੇ ਉਹਦੀ ਦਿਸ਼ਾ ਖੱਬੇ ਪਾਸੇ ਨੂੰ ਕਰਨੀ ਪੈਂਦੀ ਹੈ। ਮਹਾਰਾਜ ਉਹ ਕਰਨਧਾਰ ਆਪ ਹੱਥ ਵਿੱਚ ਪਕੜ ਲਵੋ, ਭਾਵ ਦਿਸ਼ਾ ਪ੍ਰਦਾਨ ਕਰੋ ਤਾਂ ਕਿ ਮੇਰਾ ਹਿਰਦਾ ਸਿੱਧਾ ਆਪ ਜੀ ਦੇ ਚਰਨਾਂ ਨਾਲ ਜੁੜ ਸਕੇ ਤੇ ਸੁਣਨ ਵਾਲਿਆਂ ਨੂੰ ਜੋੜ ਸਕੇ। ਹਾਂਜੀ, ਤਬ ਪਹੁੰਚੋ ਤਟ ਕਰ ਤਿਨ ਪਰੈ ਨਾ। ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰਾ ਆਪ ਜੀ ਦਾ ਦਸਾਂ ਹੀ ਜਾਮਿਆਂ ਦਾ ਇਤਿਹਾਸ ਲਿਖਿਆ ਜਾਏ। ਆਪ ਐਸੀ ਮਿਹਰ ਕਰੋ, ਮੈਨੂੰ ਆਪ ਜੀ ਦੀ ਮਿਹਰ ਬਿਨਾ ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਸਹਾਰਾ ਨਹੀਂ, ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਤੁਹਾਡੇ ਬਿਨਾ ਹੋਰ ਤੁਹਾਡੇ ਵਰਗੀ ਦਇਆ ਕਰਨ ਵਾਲਾ ਤਿੰਨਾਂ ਲੋਕਾਂ 'ਚ ਕੋਈ ਨਹੀਂ ਹੈ। ਇਸ ਲਈ ਮੈਂ ਆਪ ਜੀ ਦੇ ਸ੍ਰੀ ਚਰਨ ਕਮਲਾਂ ਤੇ ਪ੍ਰਾਰਥਨਾ ਕਰ ਰਿਹਾ ਹਾਂ, ਆਪ ਸੇਧ ਪ੍ਰਦਾਨ ਕਰੋ। ਹਾਂਜੀ, ਤੁਮਰੋ ਨਾਮ ਨਿਭਾਵੋ ਲਾਜਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਲੈ ਕੇ, ਆਪ ਜੀ ਦਾ ਆਸਰਾ ਲੈ ਕੇ, ਆਪ ਜੀ ਦੇ ਬਖਸ਼ੇ ਹੋਏ ਬਲ ਸਦਕਾ ਮੈਂ ਲਿਖਣਾ ਆਰੰਭ ਕੀਤਾ ਹੈ ਤੇ ਮੈਨੂੰ ਇਹ ਵੀ ਭਰੋਸਾ ਹੈ ਕਿ ਆਪ ਆਪਣੇ ਨਾਮ ਦੀ ਲਾਜ ਰੱਖ ਲੈਂਦੇ ਹੋ। ਮਹਾਰਾਜ ਇਸ ਗਰੀਬ ਸਿੱਖ ਦੀ ਆਪ ਪਤ ਰੱਖਣਾ। ਹਾਂਜੀ, ਕਰੋ ਗ੍ਰੰਥ ਪੂਰਨ ਸੁਭ ਕਾਜਾ। ਇਹ ਜੋ ਮਹਾਨ ਪਵਿੱਤਰ ਕਾਰਜ ਹੈ ਆਪ ਜੀ ਦੀ ਮਹਿਮਾ ਲਿਖਣ ਦਾ, ਵਡਿਆਈ ਕਰਨ ਦਾ, ਇਹ ਆਪ ਜੀ ਦੀ ਮਿਹਰ ਸਦਕਾ ਪੂਰਨ ਹੋ ਜਾਵੇ। ਤਬ ਕਰੁਣਾ ਬਿਨ ਅੱਖਰ ਏਕੂ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਮੈਨੂੰ ਬੋਧ ਹੈ, ਸਮਝ ਹੈ ਕਿ ਸਾਰਾ ਇਤਿਹਾਸ ਤਾਂ ਕੀ ਲਿਖਣਾ, ਤੁਹਾਡੀ ਕਿਰਪਾ ਤੋਂ ਬਿਨਾਂ ਤੇ ਇੱਕ ਅੱਖਰ ਵੀ ਨਹੀਂ ਲਿਖਿਆ ਜਾ ਸਕਦਾ। ਵਾਕਈ ਸਾਧ ਸੰਗਤ ਜੇ ਗੁਰੂ ਸੁਮਤ ਨਾ ਦੇਵੇ, ਨਾ ਇੱਕ ਅੱਖਰ ਲਿਖਿਆ ਜਾ ਸਕਦਾ, ਨਾ ਬੋਲਿਆ ਜਾ ਸਕਦਾ। ਗੁਰੂ ਸਾਹਿਬ ਜਦ ਕਿਰਪਾ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ, ਤੇ ਫਿਰ ਆਪ ਕਿਰਪਾ ਕਰਕੇ ਆਪਣਾ ਜਸ ਕਰਾ ਲੈਂਦੇ ਨੇ ਤੇ ਆਪਣਾ ਜਸ ਦੁਨੀਆ ਤੱਕ ਪਹੁੰਚਾ ਲੈਂਦੇ ਨੇ। ਇਹ ਹੁਣ ਦੇਖ ਲਓ, ਆਪ ਸਾਰੀ ਦੁਨੀਆ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਹੋਇਆ ਹੈ, ਉਹਦੇ ਘਰ ਤੱਕ ਮਹਾਰਾਜ ਜੀ ਦਾ ਜਸ ਪਹੁੰਚਦਾ ਪਿਆ, ਵਡਿਆਈ ਪਹੁੰਚਦੀ ਪਈ ਹੈ, ਔਰ ਸਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਂਗਨ ਬਣ ਜਾਂਦਾ ਹੈ। ਇਹ ਸਾਰਾ ਵਰਲਡ ਬਹੁਤ ਵੱਡਾ ਆਂਗਨ ਬਣ ਜਾਂਦਾ ਹੈ ਤੇ ਸਾਰਾ ਕੁਝ ਸਤਿਗੁਰੂ ਜੀ ਦੀ ਕਿਰਪਾ ਨਾਲ ਹੋ ਰਿਹਾ। ਵਰਨਾ ਸਾਡੇ ਵਿੱਚ ਜਾਂ ਕਿਸੇ ਵਿੱਚ ਇਤਨਾ ਬਲ ਥੋੜ੍ਹੀ ਹੈ ਕਿ ਇਸ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾ ਸਕੇ। ਫਿਰ ਇਹ ਆਵਾਜ਼ ਬ੍ਰਹਿਮੰਡ ਦਾ ਹਿੱਸਾ ਬਣ ਜਾਂਦੀ ਔਰ ਉੱਥੋਂ ਫਿਰ ਇਹਦੀ ਬਰਕਤ ਬਰਸਦੀ ਹੈ ਤੇ ਨਾਮ ਜਪਣ ਵਾਲੇ ਹਿਰਦਿਆਂ ਨੂੰ ਪ੍ਰੇਰਿਤ ਕਰਦੀ ਹੈ, ਟੁੱਟਿਆਂ ਹੋਇਆਂ ਨੂੰ ਜੁੜਨ ਲਈ ਪ੍ਰੇਰਿਤ ਕਰਦੀ ਹੈ, ਕਿਉਂਕਿ ਗੁਰੂ ਪਾਤਸ਼ਾਹ ਮਿਹਰ ਕਰਦੇ ਨੇ। ਉਹਨਾਂ ਦੀ ਮਿਹਰ ਬਿਨਾ ਤਬ ਕਰੁਣਾ ਬਿਨ ਅੱਖਰ ਏਕੂ, ਇੱਕ ਅੱਖਰ ਵੀ ਨਹੀਂ ਲਿਖਿਆ ਜਾ ਸਕਦਾ। ਨਹਿ ਉਪਜਤ ਮੁਝੇ ਹਿਰਦੈ ਵਿਵੇਕੂ। ਮਹਾਰਾਜ ਸੱਚੇ ਪਾਤਸ਼ਾਹ ਇੱਕ ਅੱਖਰ ਤੇ ਤਾਂ ਹੀ ਲਿਖਿਆ ਜਾ ਸਕੇ ਨਾ ਜੇ ਵਿਵੇਕ ਬੁੱਧ ਹੋਵੇ। ਜੇ ਆਪ ਜੀ ਦੀ ਕਿਰਪਾ ਨਾ ਹੋਵੇ ਤੇ ਵਿਵੇਕ ਬੁੱਧੀ ਮਿਲ ਨਹੀਂ ਸਕਦੀ। ਇਸ ਲਈ ਇੱਕ ਅੱਖਰ ਵੀ ਲਿਖਣਾ ਮੇਰੇ ਲਈ ਨਾਮੁਮਕਿਨ ਹੈ। ਦੋਹਰਾ
ਗੁਰ ਪਗ ਪ੍ਰੇਮ ਸਮੁੰਦਰ ਸਭ ਸਮ ਸੁਧਾ ਭਗਤ ਕਵਿਤਾਸ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਿੱਖ ਬੜੇ ਸੋਹਣੇ ਬੋਲਨੇ। ਆਪ ਜੀ ਦਾ ਪ੍ਰੇਮ ਚਰਨਾਂ ਕਮਲਾਂ ਦਾ ਵੀ ਇੱਕ ਪ੍ਰੇਮ ਦਾ ਸਾਗਰ ਹੈ। ਗੁਰ ਪਗ ਪ੍ਰੇਮ ਸਮੁੰਦਰ ਸਮ ਸੁਧਾ ਪਰਿਦ ਕਵਿਤਾਸ, ਤੇ ਅੰਮ੍ਰਿਤ ਰੂਪੀ ਕਵਿਤਾ ਦਾ ਪ੍ਰਸਾਦ ਮਿਲ ਰਿਹਾ। ਆਪ ਦਾਤੇ ਹੋ, ਦੇਣ ਵਾਲੇ, ਪ੍ਰਦਾਨ ਕਰਦੇ ਹੋ। ਸਿੱਖ ਬਿਦਾਰਿਕ ਪੀਵਹੀ ਨਿਤ ਹੈ ਸੁਮਤ ਪ੍ਰਕਾਸ਼। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਵਰਿੰਦਾਰਕ ਭਾਵ ਦੇਵਤਾ ਜਨ, ਅਮਰ ਜੀਵਨ ਵਾਲਾ, ਜਿਸ ਦਾ ਜੀਵਨ ਸਦੀਵੀ ਹੋਵੇ, ਉਹ ਅੰਮ੍ਰਿਤ ਦੇ ਪਿਆਲੇ ਆਪ ਜੀ ਦੇ ਸਿੱਖ ਸਕਦੇ ਹਨ। ਭਾਵ ਸੁਣ ਕੇ ਉਹਨਾਂ ਦਾ ਹਿਰਦਾ ਅੰਮ੍ਰਿਤ ਲਬਰੇਜ਼ ਹੋ ਜਾਂਦਾ ਹੈ। ਹਾਂਜੀ। ਚੌਪਈ ਵਿੱਚ ਕਰ ਤਾਰ ਪੂਰੇ ਜਗਰਾਈ। ਭਾਈ ਸਾਹਿਬ ਜੀ ਲਿਖਦੇ ਨੇ, ਕਰਤਾਰਪੁਰ ਵਿੱਚ ਜਗਤ ਦੇ ਬਾਦਸ਼ਾਹ, ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਹਨ। ਸ੍ਰੀ ਅੰਗਦ ਕੋ ਦੀਨ ਵਡਾਈ। ਆਪ ਜੀ ਨੇ ਆਪਣਾ ਜਾਮਾ ਬਦਲ ਕੇ ਤੇ ਸਾਰੀਆਂ ਵਡਿਆਈਆਂ ਭਾਈ ਲਹਿਣਾ ਜੀ ਦੀ ਝੋਲੀ 'ਚ ਪਾ ਦਿੱਤੀਆਂ। ਉਹਨਾਂ ਨੂੰ ਅੰਗੇ ਖੁਦ ਅੰਗੇ ਖੁਦਾ ਬਣਾ ਲਿਆ। ਭਾਵ ਅੰਗਦ ਦਾ ਮਤਲਬ ਹੁੰਦਾ ਗਹਿਣਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਕੰਠ ਦਾ ਗਹਿਣਾ, ਮਸਤਕ ਦਾ ਗਹਿਣਾ ਭਾਈ ਲਹਿਣਾ ਜੀ ਨੂੰ ਬਣਾ ਲਿਆ ਤੇ ਗਲ ਨਾਲ ਲਾ ਦਿੱਤਾ ਤੇ ਆਖਿਆ, ਲਹਿਣਾ ਤੁਸਾਂ ਲੈਣਾ ਤੇ ਅਸੀਂ ਤੁਹਾਡਾ ਦੇਣਾ। ਅਸੀਂ ਤੁਹਾਡੇ ਦੇਣਦਾਰ ਹਾਂ। 5 ਪਰਿਕਰਮਾਂ ਕੀਤੀਆਂ, ਨਾਰੀਅਲ 5 ਪੈਸੇ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਨੂੰ ਉਪਦੇਸ਼ ਕੀਤਾ, ਬੁੱਢਿਆ ਤੂੰ ਤਿਲਕ ਲਗਾ, ਸਾਡਾ ਮੱਥਾ ਟੇਕਿਆ ਪ੍ਰਵਾਨ ਹੋ ਜਾਏ। ਸਿੱਖ ਨੂੰ ਵਡਿਆਈ ਦਿੱਤੀ ਮਹਾਰਾਜ। ਤਿਲਕ ਲਾਉਣ ਦਾ ਹੱਕ ਗੁਰੂਦੇਵ ਜੀ ਨੇ ਆਪਣੇ ਸਿੱਖਾਂ ਦੀ ਝੋਲੀ 'ਚ ਪਾਇਆ। ਬਾਬਾ ਬੁੱਢਾ ਸਾਹਿਬ ਨੂੰ ਨਿਵਾਜਿਆ। ਇਸ ਤਰ੍ਹਾਂ ਵਡਿਆਈਆਂ ਸਾਰੀਆਂ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀਆਂ। ਆਪਨ ਕੀਨ ਸੱਚਖੰਡ ਪਿਆ ਨਾ। ਆਪ ਫਿਰ ਸੱਚਖੰਡ ਵਿੱਚ ਪ੍ਰਵੇਸ਼ ਕਰ ਗਏ। ਸੱਚਖੰਡ ਉਹ ਲੋਕ ਵੀ ਹੈ ਜਿੱਥੇ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਮਹਾਰਾਜ ਨੇ ਦੱਸਿਆ। ਸੱਚਖੰਡ ਵਸੈ ਨਿਰੰਕਾਰ। ਤੇ ਦੂਜਾ ਸੱਚਖੰਡ ਗੁਰੂ ਅੰਗਦ ਦੇਵ ਜੀ ਦਾ ਹਿਰਦਾ ਵੀ ਹੈ, ਜਿੱਥੇ ਸੱਚ ਹੀ ਸੱਚ ਹੈ, ਪੂਰਨ ਸੱਚ ਭਰੇ। ਜਿੱਥੇ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਉੱਥੇ ਮਹਾਰਾਜ ਜੀ ਨੇ ਨਿਵਾਸ ਕੀਤਾ। ਜੋਤ ਰੂਪ ਵਿਭਤਨ ਪਲਟਾ ਨਿਆ। ਫਿਰ ਜੋਤ ਰੂਪ ਹੋ ਕੇ ਦੂਜਾ ਤਨ, ਬਿਬ ਦਾ ਅਰਥ ਹੁੰਦਾ ਦੂਜਾ ਤੇ ਤਨ ਦਾ ਅਰਥ ਹੈ ਸਰੀਰ। ਦੂਜਾ ਜਾਮਾ ਬਦਲਿਆ। ਜਿਉ ਅਧਿਪਤੀ ਇੱਕ ਪੋਸਿਸ ਤਜੇ ਕੈ। ਫਿਰ ਇਸ ਵਿੱਚ ਕੋਈ ਕਸ਼ਟ ਨਹੀਂ ਹੋਇਆ। ਜਿਵੇਂ ਕੋਈ ਬਾਦਸ਼ਾਹ, ਕੋਈ ਰਾਜਾ ਮਹਾਰਾਜਾ ਆਪਣੀ ਇੱਕ ਸੋਹਣੀ ਖੂਬਸੂਰਤ ਬੇਸ਼ਕੀਮਤੀ ਪੋਸ਼ਾਕ ਉਤਾਰ ਕੇ ਵੈਸੇ ਸਭਾ ਦੁਤੀਏ ਤਨ ਸਜੇ ਕੈ। ਤੇ ਦੂਜੀ ਸੋਹਣੀ ਬਹਾਨ ਖੂਬਸੂਰਤ ਤੇ ਬੇਸ਼ਕੀਮਤੀ ਪੋਸ਼ਾਕ ਪਾ ਕੇ ਤੇ ਰਾਜ ਦਰਬਾਰ ਵਿੱਚ ਬੈਠਦਾ ਹੈ। ਉਹਨੂੰ ਪੋਸ਼ਾਕ ਬਦਲਣ ਲੱਗਿਆਂ ਕੋਈ ਤਕਲੀਫ ਨਹੀਂ ਆਉਂਦੀ। ਆਪਣੇ ਬਸਤਰ ਸੋਹਣੇ ਬਦਲ ਕੇ ਤੇ ਦੂਜੇ ਹੋਰ ਬਸਤਰ ਪਾ ਕੇ ਸਿੰਘਾਸਣ ਤੇ ਬੈਠਦਾ ਹੈ। ਉਹਦੇ ਬਸਤਰ ਬਦਲਣ ਨਾਲ ਨਾ ਤੇ ਕੋਈ ਸਿੰਘਾਸਣ ਬਦਲਦਾ ਹੈ ਤੇ ਨਾ ਕੋਈ ਰਾਜ ਬਦਲਦਾ ਹੈ ਤੇ ਨਾ ਰਾਜਾ ਹੀ ਬਦਲਦਾ ਹੈ ਤੇ ਨਾ ਉਸ ਰਾਜੇ ਦਾ ਕੋਈ ਨਿਯਮ ਬਦਲਦਾ ਹੈ। ਭਾਵ ਸਾਰਾ ਕੁਝ ਉਹੀ ਰਹਿੰਦਾ ਹੈ, ਸਿਰਫ ਬਸਤਰ ਹੀ ਬਦਲੇ ਹੁੰਦੇ ਨੇ। ਬਿਲਕੁਲ ਇਹ ਬੋਲ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤਨੇ ਖੂਬਸੂਰਤ ਆਏ ਨੇ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਸਿਰਫ ਕਾਇਆ ਦਾ ਪਲਟਾ ਹੈ। ਜਿਵੇਂ ਇੱਕ ਬਾਦਸ਼ਾਹ ਇੱਕ ਪੋਸ਼ਾਕ ਉਤਾਰ ਕੇ ਤੇ ਦੂਜੀ ਧਾਰਨ ਕਰਕੇ ਤੇ ਆਪਣੇ ਹੀ ਸਿੰਘਾਸਣ ਤੇ ਬੈਠਦਾ ਹੈ। ਤਿਉ ਖਡੂਰ ਮੈਂ ਆਨ ਬਿਰਾਜੇ। ਬਿਲਕੁਲ ਇਸੇ ਤਰ੍ਹਾਂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਜਾ ਜਾਮਾ ਧਾਰਨ ਕਰਕੇ। ਇੱਕ ਗੁਜ਼ਾਰਿਸ਼ ਮੈਂ ਹੋਰ ਵੀ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਦੁਨੀਆ ਵਿੱਚ ਕਦੇ ਐਸੀ ਘਟਨਾ ਨਹੀਂ ਹੋਈ, ਕੋਈ ਇਸ ਤਰ੍ਹਾਂ ਦਾ ਕਰਿਸ਼ਮਾ ਨਹੀਂ ਵਰਤਿਆ। ਬਾਕੀ ਬਹੁਤ ਚੀਜ਼ਾਂ ਸਾਇੰਟਿਸਟਾਂ ਨੇ ਬਣਾ ਦਿੱਤੀਆਂ।
ਜਿਵੇਂ ਇੱਕ ਬੰਦੇ ਦਾ ਖੂਨ ਦੂਜੇ ਬੰਦੇ ਨੂੰ ਗਰੁੱਪ ਮਿਲਦਾ ਹੋਵੇ ਤੇ ਲਾਇਆ ਜਾ ਸਕਦਾ, ਅੱਖਾਂ ਬਦਲੀਆਂ ਜਾ ਸਕਦੀਆਂ ਨੇ, ਹੋਰ ਕਈ ਟਿਸ਼ੂਜ਼ ਬੋਨ ਮੈਰੋ ਆਦਿਕ ਬਦਲਣ ਵਿੱਚ ਸਾਇੰਟਿਸਟ ਮੈਡੀਕਲ ਸਾਇੰਸ ਸਫਲ ਹੋਈ ਹੈ, ਪਰ ਧਾਰਮਿਕ ਜਗਤ ਵਿੱਚ ਕਦੀ ਨਹੀਂ ਹੋਇਆ ਕਿ ਇੱਕ ਸਰੀਰ ਚੋਂ ਆਪਣਾ ਆਪਾ ਨਿਕਾਲ ਕੇ ਦੂਜੇ ਵਿੱਚ ਰੱਖ ਦਿੱਤਾ ਜਾਵੇ। ਨਾ ਕੋਈ ਅਵਤਾਰ ਇਸ ਵਿੱਚ ਸਫਲ ਹੋਇਆ, ਨਾ ਕੋਈ ਪੈਗੰਬਰ ਇਸ ਵਿੱਚ ਸਫਲ ਹੋਇਆ, ਨਾ ਕੋਈ ਜੋਗੀ ਮਹਾਯੋਗੀ ਸਫਲ ਹੋਇਆ। ਇਹ ਮਹਾਨ ਪਵਿੱਤਰ ਕ੍ਰਿਸ਼ਮਾ ਅਗਰ ਜਗਤ ਤੇ ਕਿਸੇ ਨੇ ਵਰਤਾਇਆ ਹੈ ਤੇ ਉਹਨਾਂ ਤੋਂ ਬਾਅਦ ਕੋਈ ਵਰਤਾ ਨਹੀਂ ਸਕਿਆ, ਤਾਂ ਉਸ ਮਹਾਨ ਸਤਿਗੁਰੂ ਜੀ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਔਰ ਇਹ ਕਰਤਾ ਪੁਰਖ ਦੀ ਵੱਡੀ ਕਰਾਮਾਤ, ਕਮਾਲੇ ਕਰਾਮਾਤ, ਕਾਇਮ ਕਰੀਮ, ਰਜ਼ਾ ਬਖਸ਼, ਰਾਜ਼ਕ, ਰਿਹਾਕੁਲ ਰਹੀਮ, ਇਹ ਸਾਰੀਆਂ ਬਰਕਤਾਂ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ। ਫਿਰ 10ਵੇਂ ਜਾਮੇ ਤੱਕ ਇਹੀ ਚੱਲਦਾ ਹੈ, ਤੇ ਫਿਰ 10ਵੇਂ ਜਾਮੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਦਾ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ 'ਚ ਬੈਠ ਗਏ ਨੇ। ਫਰਕ ਕੋਈ ਨਹੀਂ ਹੈ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਹੁਣ ਇਹ ਜਾਮਾ ਜੁਗੋ ਜੁਗ ਅਟਲ ਹੈ ਤੇ ਦੁਬਾਰੇ ਬਦਲਣ ਦੀ ਲੋੜ ਨਹੀਂ ਰਹਿ ਗਈ। ਇਹ ਕ੍ਰਿਸ਼ਮਾ ਆਤਮਿਕ ਜਗਤ ਦਾ ਸੰਸਾਰ ਤੇ ਹੋਰ ਕੋਈ ਨਹੀਂ ਵਰਤਾ ਸਕਿਆ, ਇਹ ਕੇਵਲ ਗੁਰੂ ਨਾਨਕ ਨੇ ਹੀ ਵਰਤਾਇਆ। ਇਹ ਗੁਰੂ ਨਾਨਕ ਹੀ ਦੂਜਾ ਜਾਮਾ ਧਾਰਨ ਕਰਕੇ ਤਿਉਂ ਖੰਡੂਰ ਮੈਂ ਆਨ ਬਿਰਾਜੇ, ਜਿਵੇਂ ਕਰਤਾਰਪੁਰ 'ਚ ਬਿਰਾਜੇ ਹੋਏ ਸਨ ਉਸੇ ਤਰ੍ਹਾਂ ਖੰਡੂਰ ਸਾਹਿਬ ਆ ਬਿਰਾਜੇ ਹਨ। ਜਿਨ ਸਿਮਰਨ ਕਲ ਕਲ ਮਲ ਭਾਜੇ, ਜਿਨ੍ਹਾਂ ਦੇ ਸਿਮਰਨ ਕਰਨ ਮਾਤਰ, ਯਾਦ ਕਰਨ ਮਾਤਰ ਨਾਲ ਕਲਯੁਗ ਦੇ ਪਾਪ, ਕਲਯੁਗ ਵਿੱਚ ਕੀਤੇ ਹੋਏ ਪਾਪ ਨਾਸ ਹੋ ਜਾਂਦੇ। ਉਹ ਗੁਰੂ ਨਾਨਕ ਦੇਵ ਮਹਾਰਾਜ ਦੂਜਾ ਜਾਮਾ ਧਾਰਨ ਕਰਕੇ ਖੰਡੂਰ ਸਾਹਿਬ ਆ ਬਿਰਾਜੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰੂ ਕੀਨ ਖੰਡੂਰ ਨਿਵਾਸ। ਇਸ ਤਰ੍ਹਾਂ ਫਿਰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਖੰਡੂਰ ਸਾਹਿਬ ਆ ਕੇ ਤਖਤ ਤੇ ਬਿਰਾਜ ਗਏ। ਨਰਨ ਉਧਾਰਨ ਕਾਰਨੇ ਕਰਤ ਸੋ ਭਗਤ ਪ੍ਰਕਾਸ਼। ਹੁਣ ਕੋਈ ਸਵਾਲ ਕਰ ਸਕਦਾ ਵੀ ਲੋੜ ਕੀ ਪੈ ਗਈ ਜਾਮਾ ਬਦਲਣ ਦੀ, ਕਿਉਂ ਦੂਜਾ ਜਾਮਾ ਬਦਲਿਆ ਤੇ ਕਾਰਨ ਕੀ ਹੈਗਾ ਹੈ? ਤੇ ਭਾਈ ਸਾਹਿਬ ਜੀ ਨੇ ਸ਼ੰਕਾਵਾਦੀਆਂ ਦਾ ਸ਼ੰਕਾ ਦੂਰ ਕਰਦਿਆਂ ਆਖ ਦਿੱਤਾ ਵੀ ਮਨੁੱਖਾਂ ਦਾ ਉਧਾਰ ਕਰਨ ਵਾਸਤੇ, ਕਲਿਆਣ ਕਰਨ ਵਾਸਤੇ ਨਰਨ ਉਧਾਰਨ ਕਾਰਣੇ ਕਰਤ ਸੋ ਭਗਤ ਪ੍ਰਕਾਸ਼। ਉਹਨਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦਾ ਚਾਨਣ ਕਰਨ ਵਾਸਤੇ ਪਹਿਲਾ ਜਾਮਾ ਵੀ ਤੇ ਹੁਣ ਦੂਜਾ ਜਾਮਾ ਵੀ ਬਦਲਿਆ ਹੈ। ਸਵਈਆ ਇੱਕ ਬਾਸੁਰ ਆਸਨ ਢਾਸ ਅਸੀਨਾ। ਇੱਕ ਦਿਨ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪਣੇ ਆਸਣ ਤੇ ਬਿਰਾਜੇ ਹੋਏ ਸਨ। ਧਿਆਨ ਵਿਖੈ ਗੁਰ ਅੰਗਦ ਹੋਏ। ਬੈਠਿਆਂ ਬੈਠਿਆਂ ਆਪ ਧਿਆਨ ਵਿੱਚ ਸਵੈ ਸਰੂਪ ਵਿੱਚ ਲੀਨ ਹੋ ਗਏ। ਗੁਰੂ ਨਾਨਕ ਕੇ ਪਦ ਪੰਕਜ ਲੀਨਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਵਿੱਚ ਲੀਨ ਹੋ ਗਏ। ਇੰਜ ਕਹਿ ਲਓ ਗੁਰੂ ਨਾਨਕ ਖੁਦ ਹੀ ਆਪਣੇ ਚਰਨਾਂ ਵਿੱਚ ਲੀਨ ਹੋਏ। ਪਤਾ ਕਿਉਂ? ਸਾਨੂੰ ਦੱਸਣ ਵਾਸਤੇ ਬਈ ਗੁਰਸਿੱਖਾ ਹੋਰ ਕਿਤੇ ਤੂੰ ਲੀਨ ਨਹੀਂ ਹੋ ਸਕਦਾ। ਤੂੰ ਦਰਿਆ ਦੀ ਰਵਾਨੀ ਵਰਗਾ, ਤੂੰ ਦਰਿਆ ਦੀ ਤੁਗਿਆਨੀ ਵਰਗਾ ਹੈ। ਤੇਰੇ ਲੀਨ ਹੋਣ ਵਾਸਤੇ ਸਭ ਥਾਵਾਂ ਛੋਟੀਆਂ। ਜਿਵੇਂ ਕੋਈ ਦਰਿਆ ਕਿਸੇ ਛੱਪੜ ਵਿੱਚ ਲੀਨ ਨਹੀਂ ਨਾ ਹੋ ਸਕਦਾ, ਜੇ ਉਹਦੇ ਵਿੱਚ ਪੈ ਵੀ ਜਾਏ ਤੇ ਅੱਗੇ ਚੱਲ ਪੈਂਦਾ। ਉੱਥੇ ਲੀਨਤਾ ਨਹੀਂ ਮਿਲਦੀ। ਕਿਸੇ ਵੱਡੀ ਝੀਲ ਵਿੱਚ ਲੀਨ ਨਹੀਂ ਹੋ ਸਕਦਾ, ਅੱਗੇ ਚੱਲਦਾ ਹੈ। ਕਿਸੇ ਡੈਮ ਵਿੱਚ ਲੀਨ ਨਹੀਂ ਹੋ ਸਕਦਾ, ਅੱਗੇ ਚੱਲਦਾ ਹੈ। ਤੇ ਜਿਹੜਾ ਦਰਿਆ ਨਾ, ਭਾਵੇਂ ਕਿਤਨੇ ਹੀ ਦਰਿਆ, 9999 ਨਦੀਆਂ ਦਾ ਜ਼ਿਕਰ, ਉਹ ਸਾਰੀਆਂ ਦੀਆਂ ਸਾਰੀਆਂ ਅਗਰ ਲੀਨ ਹੋ ਸਕਦੀਆਂ ਨੇ ਤੇ ਸਾਗਰ ਵਿੱਚ ਹੀ ਹੋ ਸਕਦੀਆਂ। ਇਸ ਲਈ ਗੁਰੂ ਅੰਗਦ ਦੇਵ ਮਹਾਰਾਜ
ਗੁਰੂ ਨਾਨਕ ਹੀ ਹਨ ਤੇ ਗੁਰੂ ਨਾਨਕ ਆਪਣੇ ਹੀ ਚਰਨਾਂ 'ਚ ਲੀਨ ਹੋਏ ਹੋਏ ਦੱਸਦੇ ਪਏ ਨੇ ਬਈ ਗੁਰਸਿੱਖਾ ਤੇਰੇ ਲੀਨ ਹੋਣ ਵਾਲਾ ਹੋਰ ਥਾਂ ਕੋਈ ਨਹੀਂ, ਕੋਈ ਇਤਨਾ ਵੱਡਾ ਜਲਾਸ਼य ਨਹੀਂ ਹੈ ਜਿਹੜਾ ਤੈਨੂੰ ਆਪਣੇ ਵਿੱਚ ਲੀਨ ਕਰ ਸਕੇ, ਜਿਹੜਾ ਕਿਸੇ ਦੀ ਆਤਮਾ ਨੂੰ ਪਰਮਾਤਮਾ ਕਰ ਸਕੇ। ਅਗਰ ਉਹ ਕੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਵੈ ਸਰੂਪ ਵਿੱਚ ਲੀਨ ਹਨ। ਨਿਰੰਤਰ ਹੀ ਮੁਦ ਲੋਚਨ ਕੋਏ। ਔਰ ਇਸ ਤਰ੍ਹਾਂ ਅੱਖਾਂ ਦੇ ਕੋਏ ਭਾਵ ਨੇਤਰ ਲਗਾਤਾਰ ਬੰਦ ਕੀਤੇ ਹੋਏ ਹਨ। ਉਪਜੀ ਉਰ ਵਿੱਚ ਵਿਚਾਰਾ। ਫਿਰ ਮਹਾਰਾਜ ਜੀ ਦੇ ਹਿਰਦੇ ਵਿੱਚ ਵਿਚਾਰ ਰੂਪੀ ਤਰੰਗ ਇਸ ਤਰ੍ਹਾਂ ਪੈਦਾ ਹੋਈ ਹੈ। ਸੋ ਕਿੰਕਰ ਨਾ ਮਧ ਤਰੰਗ, ਸੋ ਕਿੰਕਰ ਕੇ ਪ੍ਰਮ ਜਾਸ ਬਿਗੋਏ। ਇਸ ਤਰ੍ਹਾਂ ਜਿਸ ਨੇ ਆਪਣੇ ਸੇਵਕਾਂ ਦੇ ਸਾਰੇ ਭਰਮ ਗਵਾ ਦਿੱਤੇ ਹਨ, ਸਾਰੇ ਪਾਪਾਂ ਦਾ ਨਾਸ਼ ਕੀਤਾ, ਸਾਰੇ ਸ਼ੰਕਿਆਂ ਦਾ ਜਿਸ ਨੇ ਨਿਵਾਰਣ ਕੀਤਾ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ। ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਭੇਦ ਨ ਮਧ ਤਰੰਗੈ ਤੋਏ। ਇਸ ਤਰ੍ਹਾਂ ਗੁਰੂ ਨਾਨਕ ਵਿੱਚ ਤੇ ਪਰਮਾਤਮਾ ਵਿੱਚ ਭੇਦ ਨਹੀਂ ਹੈ, ਜਿਵੇਂ ਪਾਣੀ ਵਿੱਚ ਤੇ ਉਹਦੀ ਤਰੰਗ ਵਿੱਚ ਕੋਈ ਫਰਕ ਨਹੀਂ। ਤਰੰਗ ਪਾਣੀ ਤੋਂ ਉੱਚੀ ਵੱਖਰੀ ਲੱਗਦੀ, ਪਰ ਸਾਰੀ ਹੈ ਤਾਂ ਪਾਣੀ, ਪਾਣੀ ਦੀ ਲਹਿਰ ਹੈ। ਇਸ ਤਰ੍ਹਾਂ ਗੁਰੂ ਨਾਨਕ ਪਰਮਾਤਮਾ ਤੋਂ ਕੋਈ ਵੱਖਰੇ ਨਹੀਂ, ਉਹਨਾਂ ਦਾ ਜਾਮਾ ਪੰਜਾਂ ਤੱਤਾਂ ਤੋਂ ਧਾਰਨ ਕੀਤਾ ਹੈ ਤੇ ਉਹ ਜਾਮਾ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਹੈ। ਇਸ ਲਈ ਆਮ ਜਾਮਿਆਂ ਦੀ ਤਰ੍ਹਾਂ ਉਹਨਾਂ ਦਾ ਸੰਸਕਾਰ ਕਰਨਾ ਨਹੀਂ ਹੋਇਆ। ਉਹ ਪਾਰ ਬ੍ਰਹਮ ਪਰਮੇਸ਼ਰ ਜੋਤ ਗੁਰੂ ਅੰਗਦ ਵਿੱਚ ਟਿਕ ਗਏ ਤੇ ਸਰੀਰ ਪੰਜਾਂ ਤੱਤਾਂ 'ਚ ਲੀਨ ਹੋ ਗਿਆ। ਇਸ ਤਰ੍ਹਾਂ ਕਹਿੰਦੇ ਹਨ ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤਹੀ। ਆਪਣੇ ਹਿਰਦੇ ਵਿੱਚ ਪ੍ਰੀਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਦਾ ਹੀ ਚਿਤ ਵਦੇ ਹਨ। ਪਵ ਮੈਂ ਪਵ ਸ੍ਰੀ ਗੁਰ ਕੋ ਵਿਧਿ ਲੀਨੋ। ਔਰ ਇਸ ਤਰ੍ਹਾਂ ਭਾਵੇਂ ਕਹਿੰਦੇ ਨੇ ਸੰਸਾਰ ਵਿੱਚ ਭਵ ਮੈਂ ਭਵ ਸ੍ਰੀ ਗੁਰ ਕੋ ਵਿਧ ਲੀਨੋ। ਇਸ ਭਵ ਸਾਗਰ ਸੰਸਾਰ ਤੇ ਗੁਰੂ ਨਾਨਕ ਦੇਵ ਮਹਾਰਾਜ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਜਗਤ ਕਲਿਆਣ ਦਾ ਮਹਾਨ ਕਾਰਜ ਪ੍ਰਾਰੰਭ ਕੀਤਾ। ਬਾਲ ਜੁਵਾ ਕੇ ਬਿਲਾਸ ਜੋ। ਫਿਰ ਜੋ ਉਹਨਾਂ ਦੇ ਬਾਲ ਕਾਲ ਦੇ ਬਿਲਾਸ ਹਨ, ਉਹਨਾਂ ਦੇ ਗਾਥਾਵਾਂ ਹਨ, ਉਹਨਾਂ ਦੇ ਪ੍ਰਸੰਗ ਹਨ, ਜਵਾਨੀ ਦੇ ਫਿਰ ਬਿਰਧਾ ਅਵਸਥਾ ਦੇ, ਉਹ ਸਾਰੇ ਕਿਵੇਂ ਪਤਾ ਲੱਗਣ। ਇਤਿਹਾਸ ਕਹੈ ਸੁਖ ਕੌਣ ਪ੍ਰਵੀਨ। ਕੋਈ ਐਸਾ ਪ੍ਰਵੀਨ ਹਰ ਗੱਲ ਜਾਣਨ ਵਾਲਾ ਗੁਰੂ ਨਾਨਕ ਦੇਵ ਜੀ ਦੀ, ਜਿਹਨੇ ਬਾਲ ਕਾਲ ਤੋਂ ਮਹਾਰਾਜ ਦੇ ਦਰਸ਼ਨ ਕੀਤੇ ਹੋਵਣ, ਐਸਾ ਕੋਈ ਸਿਆਣਾ ਮਿਲੇ। ਸਭ ਦੇਸ ਵਿਦੇਸਨ ਕੋ ਰਟਨੋ। ਤੇ ਫਿਰ ਸਾਰੇ ਦੇਸਾਂ ਵਿਦੇਸਾਂ ਵਿੱਚ ਜੋ ਗੁਰੂ ਨਾਨਕ ਨੇ ਭਰਮਣ ਕੀਤਾ ਹੈ, ਦਰਅਸਲ ਇਹ ਮੰਗ ਵੀ ਗੁਰੂ ਨਾਨਕ ਦੇ ਹਿਰਦੇ ਚੋਂ ਹੀ ਪੈਦਾ ਹੋਈ। ਤੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਵਿੱਚ ਕੋਈ ਫਰਕ ਨਹੀਂ ਹੈ, ਉਹ ਸਾਰਾ ਕੁਝ ਜਾਣਦੇ ਨੇ, ਪਰ ਸਤਸੰਗ ਵਿੱਚ ਗੁਰੂ ਦੀਆਂ ਗਾਥਾਵਾਂ ਦੀ ਪਰੰਪਰਾ ਸ਼ੁਰੂ ਕਰਨੀ ਹੈ, ਗੁਰੂ ਦੇ ਬਚਨਾਂ ਦੀ, ਗੁਰੂ ਦੀਆਂ ਸਾਖੀਆਂ ਦੀ, ਗੁਰੂ ਦੀਆਂ ਉਦਾਹਰਣਾਂ ਦੀ, ਗੁਰੂ ਸਾਹਿਬ ਜੀ ਦੇ ਕ੍ਰਿਸ਼ਮਿਆਂ ਦੀ ਇਹ ਮਹਾਨ ਮਰਿਆਦਾ ਜੋ ਸ਼ੁਰੂ ਕਰਨੀ। ਇਸ ਲਈ ਕਹਿੰਦੇ ਨੇ ਵੀ ਕੋਈ ਐਸਾ ਮਿਲ ਜਾਏ ਜਿਹੜਾ ਦੇਸ਼ਾਂ ਵਿਦੇਸ਼ਾਂ ਜਿੱਥੇ ਜਿੱਥੇ ਗੁਰੂ ਨਾਨਕ ਗਏ ਨੇ ਉਹ ਸਾਰੇ ਪ੍ਰਸੰਗ ਜਾਣਦਾ ਹੋਵੇ। ਹਾਂਜੀ, ਕਟਨੋ ਕੁਟ ਲੰਗ ਥ ਬੜ ਦੰਭ ਜੋ ਕੀਨੋ। ਤੇ ਜਿਹੜੇ ਬੜੇ ਕੁਟਲ ਲੋਕਾਂ ਨੇ ਵੱਡੇ ਵੱਡੇ ਦੰਭ ਪਖੰਡ ਕੀਤੇ ਹੋਏ ਸਨ, ਉਹਨਾਂ ਦਾ ਜਿਵੇਂ ਮਹਾਰਾਜ ਨੇ ਕਲਿਆਣ ਕੀਤਾ। ਚਿਤ ਚਿੰਤਤ ਦੇਤ ਅਚਿੰਤਤਾ ਜੋ। ਜਿਹੜਾ ਮਨੁੱਖ ਗੁਰੂ ਨਾਨਕ ਦੇ ਚਰਨਾਂ 'ਚ ਆ ਜਾਏ ਤੇ ਜੋ ਕੁਝ ਚਿੱਤ ਵਿੱਚ ਚਿਤਵਨੀ ਹੋਵੇ, ਤੇ ਜਿਹੜੇ ਸਾਹਿਬ ਨੇ ਸਭ ਕੁਝ ਅਚਿੰਤ ਦੇ ਦਿੱਤਾ ਹੈ, ਭਾਵ ਗੁਰੂ ਨਾਨਕ ਦੇਵ ਜੀ ਨੇ। ਵੈਸੇ ਕੰਤ ਗੁਰੂ ਰਸ ਪੀਨੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਸ ਆਤਮ ਰਸ ਵਿੱਚ ਜੁੜੇ ਹੋਏ ਹਨ। ਦੋਹਰਾ ਸ੍ਰੀ ਗੁਰਵਰ ਸਰਬੱਗ ਔਰ ਡਰ ਹਰ ਅਰ ਜੁਗਤੀਨ। ਇਸ ਤਰ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਸਰਬੱਗ ਹਨ, ਭਾਵ ਸਰਬ ਗਿਆਤਾ ਹਨ, ਉਹਨਾਂ ਤੋਂ ਕੁਝ ਭੁੱਲਿਆ ਹੋਇਆ ਨਹੀਂ, ਔਰ ਹਰ ਗੱਲ ਨੂੰ ਜਾਣਦੇ ਹਨ।
बड़ा सोहना भाई साहब जी ने दर्ज किया है। भाई साहब जी ने बड़े सोहने विचारां राਹੀਂ कि श्री गुर बर सर्वज्ञ और डर हर अर्ज और तीन, तिन्ने ताप जिन्हां तो डरदे हन, भाव तीने ताप निवारण हारे गुरु अंगद देव जी हन। पढ़ सुनै सिख होए गत हृदय मनोरथ की। बस आ मनोरथ है वे गुरु नानक दियां सारियां गाथावां मिल जाण, सारे प्रसंग मिल जाण, सारे वाकियात प्राप्त होवन, जो जो बचन उन्हां कीते जिथे जिथे जिस पर थाए कीते वो सारे मिल जावन, ताकि पढ़न सुनन वाले जिहड़े सिख ने ਉਹ ਗੁਰੂ ਨਾਲ ਜੁੜ ਕੇ ਮੁਕਤ ਹੋ ਜਾਵਣ। ਪੜ੍ਹੈ ਸੁਣੈ ਸਿੱਖ ਹੋਏਗਤ ਹਿਰਦੇ ਮਨੋਰਥ ਕੀਨ। ਇਹ ਮਨੋਰਥ ਹੈ ਗੁਰੂ ਅੰਗਦ ਦੇਵ ਜੀ ਦਾ ਕਿ ਸਾਰੇ ਪ੍ਰਸੰਗ ਪ੍ਰਾਪਤ ਹੋਵਣ। ਚੌਪਈ ਉਤਵਾਲੇ ਸੰਧੂ ਸੁਵਿਚਾਰਾ। ਇੱਧਰ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ। ਉਹ ਖੰਡੂਰ ਸਾਹਿਬ ਆਏ ਤੇ ਇੱਥੇ ਮਨ ਵਿੱਚ ਵਿਚਾਰ ਕਰਦੇ ਪਏ ਨੇ ਬਈ ਕੋਈ ਸਾਖੀ ਸੁਣਾਉਣ ਵਾਲਾ ਮਿਲ ਜਾਏ, ਕੋਈ ਗੁਰੂ ਕੀਆਂ ਗਾਥਾਵਾਂ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ। ਉਹ ਗੁਰੂ ਗਾਥਾਵਾਂ ਸੁਣਾਉਣ ਵਾਲਾ ਕੋਈ ਮਿਲ ਜਾਏ ਤੇ ਉਧਰ ਭਾਈ ਬਾਲੇ ਸੰਧੂ ਦੇ ਮਨ ਵਿੱਚ ਵਿਚਾਰ ਚੱਲ ਪਈ। ਸ੍ਰੀ ਨਾਨਕ ਪੇ ਹਰਿ ਅਵਤਾਰਾ। ਗੁਰੂ ਨਾਨਕ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ, परमेश्वर ही जगत ते आया। देखो इधर गुरु अंगद देव सोच रहे ने ते उधर सारी विचार बाला जी दे मन च चल पई। इहदा मतलब यह है कि जिहड़ा तुहाडे मन विच सचखंड तखत श्री हरमंदर जी पटना साहिब जी दे दर्शन दा विचार बनिया ना, ये तां बनिया है पहले गुरु गोबिंद सिंह महाराज दे मन च विचार बनिया भी तुहानू दर्शन देना है, ਤਾਂ ਇਹ ਵਿਚਾਰ ਤੁਹਾਡੇ ਮਨ ਵਿੱਚ ਬਣਿਆ ਹੈ। ਬਿਨਾਂ ਗੁਰੂ ਦੇ ਮਨ ਦੇ ਵਿਚਾਰ ਤੋਂ ਬਿਨਾਂ ਕੋਈ ਵਿਚਾਰ ਬਣਦਾ ਹੀ ਨਹੀਂ ਹੈ। ਨਿਜ ਅਸਥਾਨ ਸੋ ਕੌਣ ਬਿਠਾਇਓ। ਕੌਣ ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣੀ ਗੱਦੀ ਤੇ ਬਿਠਾਇਆ ਹੈ, ਇਹ ਭਾਈ ਬਾਲਾ ਸੋਚ ਰਹੇ ਹਨ। ਦਰਸ਼ਨ ਚਿਹਰਾ ਲਲਚਾਇਓ। ਤੇ ਮੈਨੂੰ ਗੁਰੂ ਨਾਨਕ ਦੇ ਦੂਜੇ ਸਰੂਪ ਦਾ ਦਰਸ਼ਨ ਹੋ ਜਾਏ। मन ਵਿੱਚ ਤਾਂਗ ਜਾਗੀ ਹੋਈ ਹੈ। ਬਹੁ ਨਰ ਮੈਂ ਬੋਲਿਓ ਇਮ ਬਾਲਾ। ਕਈਆਂ ਨੂੰ ਕਿਹਾ ਭਾਈ ਬਾਲਾ ਜੀ ਨੇ ਇਸ ਤਰ੍ਹਾਂ, ਇੱਕ ਸਿੱਖ ਬਚ ਪਾਖਿਓ ਤਿਹ ਕਾਲਾ। ਇੱਕ ਸਿੱਖ ਨੇ ਭਾਈ ਬਾਲਾ ਜੀ ਪ੍ਰਤੀ ਇਹ ਬਚਨ ਕੀਤਾ, ਤੇਹਣ ਗੋਤ ਅੰਗਦ ਤਿਹ ਨਾਮ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦੂਜਾ ਜਾਮਾ ਆਪਣਾ ਧਾਰਨ ਕੀਤਾ ਹੈ ਨਾ, ਉਹ ਤ੍ਰੇਹਣ ਖੱਤਰੀਆਂ ਦਾ ਬੱਚਾ ਉਸ ਕੁਲ ਵਿੱਚ ਪੈਦਾ ਹੋਇਆ ਤੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਮਹਾਰਾਜ, ਜੋ ਦੂਜਾ ਜਾਮਾ ਧਾਰਨ ਕੀਤਾ ਹੈ। ਗੁਰਤਾ ਉਚਿਤ ਪਇਓ ਅਭਿਰਾਮੋ। ਉਹ ਮਹਾਨ ਸੁੰਦਰ ਹਿਰਦੇ ਵਾਲਾ, ਸੁੰਦਰ ਸਰੂਪ ਵਾਲਾ, ਸੁੰਦਰ ਤਰ੍ਹਾਂ ਨਾਲ ਸੇਵਾ ਕਰਨ ਵਾਲਾ, ਮਹਾਨ ਸੁੰਦਰ ਗੁਰਤਾ ਦੇ ਲਾਇਕ ਉਚਿਤ ਜਾਣਿਆ ਗੁਰੂ ਨਾਨਕ ਦੇਵ ਜੀ ਨੇ। ਕਬਿਤ ਸੁਰਤ ਸੁਨ ਬਾਲੇ ਬਾਤ ਪਇਓ ਪੁਲਕਾਤ। ਇਸ ਤਰ੍ਹਾਂ ਜਦ ਸੁਣਿਆ ਬਈ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣਾ ਜਾਨ ਅਸੀਂ ਚੁਣਿਆ ਹੈ ਤੇ ਉਹਨਾਂ ਦੇ ਰੋਂਗਟੇ ਖੜੇ ਹੋ ਗਏ ਸੁਣ ਕੇ। ਅੰਗਦ ਨ ਸਮਾਤ ਚਲਿਓ ਤਹਾਂ ਤਬ ਧਾਇ ਕੈ। ਅੰਗ ਨਾ ਸਮਾਦ ਚਲਿਓ ਤਹਾਂ ਤਬ ਧਾਇ ਕੈ। ਆਪਣੇ ਹਿਰਦੇ ਵਿੱਚ ਖੁਸ਼ੀ ਸਾਂਭੀ ਨਹੀਂ ਜਾ ਰਹੀ, ਰੋਂਗਟੇ ਖੜੇ ਹੋ ਗਏ ਕਿ ਮੈਂ ਸੋਚਿਆ ਹੀ ਹੈ ਤੇ ਮੈਨੂੰ ਸੰਦੇਸ਼ ਮਿਲ ਗਿਆ। ਤੁਹਾਨੂੰ ਵੀ ਤੇ ਮਿਲ ਜਾਂਦਾ ਹੈ ਨਾ, ਜਦੋਂ ਤੁਸੀਂ ਸੋਚਦੇ ਹੋ ਬਈ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਾਣਾ ਹੈ ਤੇ ਤੁਹਾਨੂੰ ਕੋਈ ਆਵਾਜ਼ ਆ ਜਾਂਦੀ ਹੈ ਕਿਸੇ ਪਾਸਿਓਂ, ਕੋਈ ਰਿਸ਼ਤੇਦਾਰ, ਕੋਈ ਸੰਬੰਧੀ, ਕੋਈ ਨਿਕਟਵਰਤੀ, ਤੁਹਾਡੇ ਕੰਨਾਂ 'ਚ ਆਵਾਜ਼ ਪੈ ਜਾਂਦੀ ਹੈ ਕਿ ਫਲਾਣਾ ਜਾ ਰਿਹਾ, ਆਪਾਂ ਵੀ ਚੱਲੀਏ। ਉਹ ਆਵਾਜ਼ ਪਤਾ ਕਿਸ ਦੀ ਹੁੰਦੀ ਹੈ? ਉਹ ਆਵਾਜ਼ ਕਿਸੇ ਹੋਰ ਦੀ ਨਹੀਂ ਹੁੰਦੀ, ਉਹ ਆਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਹੁੰਦੀ ਹੈ। ਸਾਹਿਬ ਅੱਛਾ, ਜਿਨ੍ਹਾਂ ਨੂੰ ਆਵਾਜ਼ ਨਹੀਂ ਨਾ ਮਿਲੀ ਉਹ ਜੈਕਾਰਾ ਨਾ ਬੁਲਾਓ, ਪਰ ਜਿਹਨੂੰ ਆਵਾਜ਼ ਮਿਲੀ ਹੈ ਉਹ ਗੱਜ ਕੇ ਜੈਕਾਰਾ ਬੁਲਾਓ।
लो साबित हो गया भी जितने बैठे हो सब नूं संदेश मिलिया है। वो संदेश देण वाली जबान किसी दी भी होवे, पर संदेश गुरु गोबिंद सिंह महाराज दा आप तक पहुंचा भी आओ मैं थानू बुला रहा हाँ, थानू मिलना चाहता हाँ, थोड़ियां झोलियां भरना चाहता हाँ। फिर वो संदेश बल बन के थानू लैके आ गया। इस तरह विचार गुरु अंगद देव जी ते तड़प पिया हिरदा भाई बाला जी का। अगे सरवण करिए। आतिक दिवस पुनियो आद सो दीदार कीनो। इस तरह कतक दी पुण्या नू आए दीदार किता। करी कर बंद अब बंद सीस न्याय कै। महान सतगुरु पातशाह जी दे चरण कमलां ते भाई बाला जी ने बड़े प्रेम नाल नमस्कारां कीतियां, मत्था टेकिया। देखत मगन पयो आवन सफल कयो। जद महाराज जी दा दर्शन किया ते मन ने कहा गुरु नानक ही बैठे हुए ने, होर कोई नहीं बैठा होया। देख लो सामने महान तखत ते कौन बैठा होया है, श्री गुरु गोबिंद सिंह महाराज जी ने कि कोई होर है। ते जिन्हां दी ऐसी भावना बने बई सामने वाकई गुरु गोबिंद सिंह महाराज बिराजे हुए ने ते उन्हां दे सीस ते ही चौर झुल रहा है। फिर मिल के एक जयकारा जरूर बुलाओ। इस तरह भाई बाला जी का हिरदा आनंदित हो गया ते सिंघासन ते गुरु नानक बैठे हुए नजर आए ते आखण लगे लो एवें ही कहते ने गुरु नानक ने शरीर त्याग दिता नहीं, गुरु नानक ने नवा जामा धारण कर लिया ते गुरु नानक ही बैठे हुए हैं। हाँ जी, बैठे हो सुख मान गुरे आयस को पाए कै। महाराज सच्चे पातशाह गुरु अंगद देव जी नू मत्था टेकिया, नमस्कार कीती ते महाराज कहन लगे आओ भाई बैठो। महाराज दी आग्ञा पा के भाई बाला जी बैठ गए। सतकर तार सो उचार के बुझात पुन। इस तरह सत करतार कह के ते फिर पूछया है तू ते आए तुम दीजिए सुनाए कै। गुरु अंगद देव कहन लगे भाई बाला जी नू भी अज किधरों आ रहे हो सानू दसो। दोहरा जथा सकत जो पेट थी आगे तरी बनाए। जो अपनी शक्ति मुताबक भाई बाला भेटा लैके आए सन। साध संगत इत्थे कोई मंग नहीं हैगी बई ऐ देवो जिदी जो मर्जी है देवे, जे नहीं है तो ना देवे, ते नहीं है तो महाराज को मंग ले भी महाराज है चाहिए। सतगुरु इस काबल बना देंदे ने कि सिख फिर भेटा लैके आ जाता है। गुरु काबल बनाउंदा साध संगत, बड़ियां बड़ियां बरकतां आप वरता देंदा है, अपनी कला आप वरता देंदा है ते सिख हैरान ही रह जाता है भी मेरे कोल ते है ही कुछ नहीं सी ते गुरु ने मैनू शहनशाह बना दिता। जो जो महाराज ने बख्शिया सी, जो यथा शकत भेटा लैके आए सन। बाला बोलत पयो बिनय बचन मैं पाए। वो भेटावां अगे रख के ते बड़े अधीनगी सहित बेनतियां रूपी बचन कहे हन। चौपई श्री अंगद जी सुनो कृपाला। कृपा दे घर गुरु अंगद देव जी महाराज उस कृपालू गुरु नानक दे बचन सुनो। संधु गोत नाम मोहे बाला। मैं उन्हां दा सेवक, मेरा नाम बाला है ते संधु गोत है मेरा। रोए पोए तल बंडी जो। बड़े लोग ना इस ते भी इतराज करते ने भाई भाई बाला तो है ही नहीं सी, भाई तेनू किवें पता भाई है कि नहीं सी, तू नाल फिरदा रहा, तेरे कोल पुछ के महाराज जांदे रहे ने। बड़े लोग कहते ने डॉक्टर गंडा सिंह इतिहासकार होए ने, उन्होंने सारे पाकिस्तान जाके ते माल दे कागजातां चों सारा कुछ परख के ते फिर लिखिया कि भाई बाला है के ने। भाई बाला संधू दा खूह भी हैगा, ननकाना साहब जन्म स्थान दे बिल्कुल नाल ही है। मैं खुद अपने नेत्रां नाल दर्शन करके आया। उत्थों दे हेड ग्रंथी साहब श्रीमान ज्ञानी दया सिंह जी मैनू नाल लैके कहन लगे है खूह है भाई बाला जी दा, नाल ही राय बुलार दी कबर भी हैगी।
ਸਾਰਾ ਇਤਿਹਾਸ ਮੌਜੂਦ ਹੈ ਔਰ ਸਾਰੇ ਲੇਖਕ ਜਨ ਬੇਨਤੀ ਕਰਦੇ ਨੇ ਤੇ ਸਾਧ ਸੰਗਤ ਫੇਰ ਵੀ ਸਦਕੇ ਜਾਈਏ ਨਾ ਸ਼ੱਕ ਕਰਨ ਵਾਲਿਆਂ ਤੇ ਸ਼ੱਕ ਹੀ ਕਰੀ ਜਾਂਦੇ ਤੇ ਸ਼ੱਕ ਵਿੱਚ ਸੁੱਕ ਸੁੱਕ ਕੇ ਸ਼ੱਕ ਹੀ ਬਣ ਗਏ। ਮਹਾਰਾਜ ਇਹਨਾਂ ਨੂੰ ਹਰਿਆਲੀ ਦੇਵਣ ਤੇ ਗੁਰੂ ਦਾ ਵਿਸ਼ਵਾਸ ਜਾਗੇ। ਹਾਂਜੀ, ਵਤਨ ਜਨਮ ਹਮਰਾ ਹੈ ਸੋ। ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਜਨਮ ਸਥਾਨ ਉਹੀ ਹੈ ਜਿੱਥੇ ਗੁਰੂ ਨਾਨਕ ਦਾ ਆਗਮਨ ਹੋਇਆ। ਗੁਰ ਦਰਸ਼ਨ ਕੀ ਲਾਲਸ ਪੂਰੀ। ਮੇਰੇ ਹਿਰਦੇ ਵਿੱਚ ਬਹੁਤ ਵੱਡੀ ਲਾਲਸਾ ਆਪ ਜੀ ਦੇ ਦਰਸ਼ਨ ਦੀ ਹੈ। ਸਾਤੇ ਹੋਂ ਚਲੇ ਆਏ ਹਦੂਰੀ। ਇਸ ਕਰਕੇ ਮੈਂ ਆਪ ਜੀ ਦੇ ਹਜ਼ੂਰ ਆਇਆ। ਹੁਣ ਸਾਰਿਆਂ ਤੇ ਬਚਨ ਢੁਕਦਾ ਹੈ, ਜਿਤਨੇ ਆਏ ਹੋ ਹੋਰ ਕਿਸੇ ਨੂੰ ਮਿਲਣ ਤੇ ਨਹੀਂ ਨਾ ਆਏ, ਇੱਥੇ ਕੋਈ ਸਮਾਨ ਵੇਚਣ ਖਰੀਦਣ ਤੇ ਨਹੀਂ ਨਾ ਆਏ, ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਹੀ ਕਰਨ ਆਏ। ਇਹੀ ਭਾਵਨਾ ਹੈ ਤੇ ਇਹੀ ਮਨ ਦੀ ਇੱਛਾ ਹੈ ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਵੀ ਭਾਗਾਂ ਵਾਲਿਆਂ ਨੂੰ ਹੋ ਜਾਂਦੇ। ਗੁਰੂ ਪਾਤਸ਼ਾਹ ਮਿਹਰ ਭਰਿਆ ਸਿਰ ਤੇ ਹੱਥ ਰੱਖਦੇ ਹੋਏ ਦਿਖਾਈ ਪੈਣ ਲੱਗ ਪੈਂਦੇ। ਆਖਣ ਲੱਗਾ ਮਹਾਰਾਜ ਇਸ ਕਰਕੇ ਆਪ ਜੀ ਦੇ ਦੀਦਾਰ ਦੀ ਤੜਪ ਲੈ ਕੇ ਹਾਜ਼ਰ ਹੋਇਆ ਹਾਂ। ਅਜਰ ਜਰਨ ਔਰ ਧੀਰਜ ਧਾਰੀ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਅਜਰ ਨੂੰ ਜਰਨ ਵਾਲੇ ਹੋ ਤੇ ਵੱਡੀ ਧੀਰਜ ਵਾਲੇ ਹੋ। ਸੁਣੀ ਆਪ ਕੀ ਮਹਿਮਾ ਪਾਰੀ। ਮੇਰੇ ਸਰਵਣਾ ਨੇ ਆਪ ਜੀ ਦੇ ਗੁਰਸਿੱਖ ਮੁਖੜਿਆਂ ਤੋਂ ਬੜੀ ਵੱਡੀ ਮਹਿਮਾ ਆਪ ਜੀ ਦੀ ਸੁਣੀ ਹੈ। ਸ੍ਰੀ ਅੰਗਦ ਤੁਮ ਗੁਰ ਕੋ ਹੈ। ਗੁਰੂ ਅੰਗਦ ਦੇਵ ਕਹਿਣ ਲੱਗੇ ਭਾਈ ਤੁਹਾਡਾ ਗੁਰੂ ਕੌਣ ਹੈਗਾ ਹੈ। ਹੁਣ ਇਹ ਨਾ ਸੋਚਣਾ ਬਈ ਗੁਰੂ ਅੰਗਦ ਦੇਵ ਜੀ ਨੂੰ ਪਤਾ ਹੀ ਨਹੀਂ, ਸਾਰਿਆਂ ਨੂੰ ਪਤਾ ਲੱਗ ਜਾਏ, ਸਾਰਿਆਂ ਅੰਦਰ ਗੁਰੂ ਨਾਨਕ ਦੀ ਜੈ ਜੈਕਾਰ ਦਾ ਨਾਦ ਗੂੰਜੇ ਤੇ ਪਤਾ ਲੱਗੇ ਸਭ ਨੂੰ। ਇਸ ਲਈ ਕਿਹਾ ਮਹਾਰਾਜ ਨੇ ਕਰੋ ਉਚਾਰਨ ਨਿਜ ਮਤ ਜੋ। ਜਿਹੜਾ ਤੁਹਾਡਾ ਪੰਥ ਹੈ ਸਾਨੂੰ ਦੱਸੋ। ਮਧੁਰ ਬਚਨ ਸੁਭ ਮ੍ਰਿਦੁਲ ਸੁਭਾਅ। ਬੜੇ ਸੋਹਣੇ ਮਿੱਠੇ ਬੋਲ ਬੋਲਦੇ ਹੋ ਤੇ ਬੜਾ ਸੋਹਣਾ ਮਿੱਠਾ ਸੁਭਾਅ ਹੈ। ਵਿਸਿਆਨ ਬਾਉ ਸਪਰਸ ਨ ਕਾਉ। ਤੇ ਤੁਹਾਡੇ ਹਿਰਦਿਆਂ ਤੇ ਵਿਸੇ ਵਾਸਨਾ ਦੀ ਕੋਈ ਤਰੰਗ ਵੀ ਨਹੀਂ ਦਿਖਾਈ ਪੈਂਦੀ। ਹੱਥ ਬੰਦ ਬੋਲਿਓ ਬਚ ਬਾਲਾ। ਭਾਈ ਬਾਲਾ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ, ਮੋਟੇ ਮੋਟੇ ਆਂਸੂ ਵਗ ਪਏ ਤੇ ਸਾਹਮਣੇ ਗੁਰੂ ਨਾਨਕ ਬੋਲਦੇ ਹੋਏ ਦਿਖਾਈ ਪੈਣ ਲੱਗ ਪਏ। ਹੱਥ ਜੋੜੇ, ਗਲ ਪੱਲਾ ਪਾਇਆ ਤੇ ਬੜੀ ਅਧੀਨਗੀ ਸਹਿਤ ਆਖਣ ਲੱਗੇ ਸਬਰਾਵਰ ਕੋ ਗਿਆਤ ਬਸਾਲਾ। ਆਖਿਆ ਸੱਚੇ ਪਾਤਸ਼ਾਹ ਮੈਨੂੰ ਕੀ ਪੁੱਛਦੇ ਹੋ। ਆਪ ਲੋਕ ਪਰਲੋਕ ਤਿੰਨਾਂ ਲੋਕਾਂ ਦੇ ਗਿਆਤਾ ਹੋ, ਭੂਤ ਭਵਿਸ਼ ਵਰਤਮਾਨ ਦੇ ਗਿਆਤਾ ਹੋ, ਆਪ ਨੂੰ ਸਭ ਬੋਧ ਹੈ। ਹਾਂਜੀ, ਤਪ ਜੋ ਤੁਮ ਪੁੱਛ ਅਨੁਸਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪੁਰਖਾ ਅਸੀਂ ਤੈਨੂੰ ਪੁੱਛਿਆ ਹੈ। ਤੇ ਭਾਈ ਬਾਲਾ ਕਹਿਣ ਲੱਗੇ ਜੇ ਤੁਹਾਡੀ ਆਗਿਆ ਹੈ, ਤੁਹਾਡਾ ਹੁਕਮ ਹੈ, ਮੈਂ ਟਾਲ ਨਹੀਂ ਸਕਦਾ, ਪਤਾ ਤੁਹਾਨੂੰ ਸਭ ਹੈ, ਫਿਰ ਵੀ ਮੈਂ ਕਹਿ ਦਿੰਦਾ ਹਾਂ। ਆਪ ਮੈਂ ਕਹੂੰ ਸੁਧਾਰੀ। ਮਹਾਰਾਜ ਸੱਚੇ ਪਾਤਸ਼ਾਹ ਆਪ ਸੁਣੋ, ਮੈਂ ਧਿਆਨ ਨਾਲ ਕਹਿਣ ਦਾ ਯਤਨ ਕਰਦਾ। ਹੁਣ ਸਾਧ ਸੰਗਤ ਆਪ ਜਿਤਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੇ ਹੋ, ਇਹ ਥੋੜਾ ਤੁਹਾਨੂੰ ਇਤਿਹਾਸ ਦਾ ਨਹੀਂ ਪਤਾ, ਤੁਹਾਨੂੰ ਇਤਿਹਾਸ ਦਾ ਪਤਾ ਹੈ। ਤੁਸੀਂ ਬਾਰ-ਬਾਰ ਸੁਣਿਆ, ਬਾਰ-ਬਾਰ ਪੜ੍ਹਿਆ ਕਿ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਇ। ਗੁਰੂ ਪਾਤਸ਼ਾਹ ਸਭ ਜਗ੍ਹਾ ਬਿਰਾਜਮਾਨ ਹਨ ਤੇ ਬੇਦੀ ਕੁਲ ਭੂਸ਼ਣ ਮਹਾਨ ਪਵਿੱਤਰ ਆਤਮਾ ਧੰਨ ਪਿਤਾ ਪ੍ਰਧਾਨ ਬਾਬਾ ਕਾਲੂ ਦੇ ਘਰ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਚਾਚਾ ਬਾਬਾ ਲਾਲੂ ਜੀ, ਮਾਤ ਉਹਨਾਂ ਦੇ ਤ੍ਰਿਪਤਾ ਜੀ ਔਰ ਸਤਿਕਾਰਯੋਗ ਵੱਡਾ ਬ੍ਰਹਮ ਗਿਆਨੀ ਹਿਰਦਾ ਭੈਣ ਬੇਬੇ ਨਾਨਕੀ ਜੀ। ਕੋਈ ਭੁਲੇਖਾ ਥੋੜੀ, ਸਭ ਨੂੰ ਪਤਾ ਹੈ। ਪਰ ਸਾਧ ਸੰਗਤ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਸੁਣਾ ਤੇ ਤੁਹਾਨੂੰ ਹੀ ਰਹੇ, ਫਿਰ ਵੀ ਤੁਸੀਂ ਸੁਣ ਰਹੇ ਹੋ। ਬਹੁਤ ਸੰਗਤਾਂ ਦੇ ਦੂਰ ਦਰਾਜ਼ ਤੋਂ ਰੋਜ਼ਾਨਾ ਸੰਦੇਸ਼ ਪਹੁੰਚਦੇ ਨੇ ਕਿ ਗੁਰੂ ਦੀ ਕਥਾ ਸੁਣ ਕੇ ਆਨੰਦ ਆ ਜਾਂਦਾ, ਪ੍ਰੇਮ ਬਰਸ ਪੈਂਦਾ ਹੈ, ਹਿਰਦਾ ਜੁੜ ਜਾਂਦਾ ਹੈ। ਇਹ ਨਹੀਂ ਬਈ ਤੁਹਾਨੂੰ ਕਥਾ ਦਾ ਗਿਆਨ ਨਹੀਂ ਹੈਗਾ,
ਇਹ ਤੁਸੀਂ ਕਦੀ ਸੁਣੀ ਨਹੀਂ ਹੈਗੀ, ਇਹ ਤੁਹਾਨੂੰ ਪਤਾ ਹੀ ਨਹੀਂ ਹੈਗਾ। ਸਾਰਾ ਪਤਾ ਹੋਣ ਦੇ ਬਾਵਜੂਦ ਫਿਰ ਦੁਬਾਰੇ ਸੁਣ ਕੇ ਮਨ ਆਨੰਦਿਤ ਹੁੰਦਾ। ਭਾਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ, ਕਿਉਂਕਿ ਕਥਾ ਹੀ ਉਹਨਾਂ ਦੀ ਹੈ, ਮੱਕੇ ਵਿੱਚ ਉਹੀ ਗਏ ਨੇ, ਹਰਿਦੁਆਰ ਵਿੱਚ ਉਹਨਾਂ ਹੀ ਕਰਤਾਰਪੁਰ ਵੱਲ ਜਲ ਉਲੀਕਿਆ ਹੈ, 100 ਸੁਹਾਗਣ ਨੂੰ ਉਹਨਾਂ ਨੇ ਹੀ ਸੰਤ ਬਣਾਇਆ, ਕੌਡੇ ਰਾਖਸ਼ ਨੂੰ ਉਹਨਾਂ ਨੇ ਬ੍ਰਹਮ ਗਿਆਨੀ ਬਣਾਇਆ, ਦੁਨੀ ਚੰਦ ਨੂੰ ਉਹਨਾਂ ਨੇ ਉਪਦੇਸ਼ ਦਿੱਤਾ, ਭੂਮੀਏ ਨੂੰ, ਚੋਰ ਨੂੰ ਉਹਨਾਂ ਨੇ ਬ੍ਰਹਮ ਗਿਆਨੀ ਬਣਾਇਆ। ਸਭ ਉਹਨਾਂ ਨੇ ਆਪ ਹੀ ਕੀਤਾ ਹੈ, ਪਰ ਫਿਰ ਵੀ ਆਪਣੀ ਮਹਿਮਾ ਆਪ ਹੀ ਸੁਣਨ ਵਾਸਤੇ ਭਾਈ ਬਾਲਾ ਜੀ ਨੂੰ ਕਹਿ ਰਹੇ ਹਨ। ਸ੍ਰੀ ਨਾਨਕ ਜੀ ਮਮ ਗੁਰ ਪੂਰਨ। ਆਖਣ ਲੱਗੇ, ਹੇ ਗੁਰੂ ਪਿਤਾ ਗੁਰੂ ਨਾਨਕ ਪੂਰਾ ਗੁਰੂ ਮੇਰਾ ਗੁਰੂ ਹੈ, ਮੈਂ ਉਹਨਾਂ ਦਾ ਸੇਵਕ ਹਾਂ। ਕਲਮਲ ਰੁਜ ਪਦ ਰਜ ਚੂਰਨ। ਜਿਨ੍ਹਾਂ ਦੇ ਚਰਨ ਕਮਲਾਂ ਦੀ ਖਾਕ ਜਨਮਾਂ ਜਨਮਾਂਤਰਾਂ ਦੇ ਪਾਪ ਨੂੰ ਖਤਮ ਕਰ ਦਿੰਦੀ ਹੈ, ਚੂਰ ਕਰ ਦਿੰਦੀ ਹੈ। ਤੰਬ ਮਤੰਗੈ ਕੋ ਸਰ ਕੇ ਸਰ। ਜਿਵੇਂ ਜਿਹੜਾ ਪਖੰਡ ਦਾ ਹਾਥੀ ਹੈ, ਉਹਦੇ ਸਿਰ ਤੇ ਸ਼ੇਰ ਵਾਂਗੂ ਵਾਰ ਕਰਦੇ, ਬੱਬਰ ਸ਼ੇਰ ਦੀ ਤਰ੍ਹਾਂ ਉਹ ਪਖੰਡ ਦੇ ਹਾਥੀ ਨੂੰ ਮਾਰ ਦਿੰਦੇ ਹਨ। ਆਓ ਭਗਤ ਕਿਰਖ ਜਗਤ ਸੋ ਜਲ ਧਰ। ਜਿਹੜੇ ਭਾਵਨਾ ਪ੍ਰੇਮਾ ਭਗਤੀ ਦਾ ਹਿਰਦੇ ਵਿੱਚ ਹਰਿਆਲੀ ਹੈ, ਖੇਤੀ ਹੈ, ਉਸ ਵਾਸਤੇ ਜਲ ਧਰ ਬੁਖਾਰਾਤ ਬੱਦਲ ਵਾਂਗੂ ਬਰਸਦੇ ਹਨ। ਸ੍ਰੀ ਅੰਗਦ ਬਚਨ ਉਚਾਰਿਓ। ਐ ਮਹਾਰਾਜ ਜੀ ਨੇ ਸੁਣ ਕੇ ਫਿਰ ਬਚਨ ਕੀਤਾ। ਗੁਰ ਨਾਨਕ ਰੂਪ ਨਿਹਾਰਿਓ। ਆਖਣ ਲੱਗੇ ਭਾਈ ਬਾਲਾ ਜੀ, ਫੇਰ ਆਪਨੇ ਗੁਰੂ ਨਾਨਕ ਦਾ ਦਰਸ਼ਨ ਵੀ ਕੀਤਾ ਹੈ, ਸਭ ਕੁਝ ਜਾਣਦੇ ਹੋ। ਕਵ ਕੀ ਗੁਰ ਸਿੱਖੀ ਮਨ ਮਾਨੀ। ਕਦੋਂ ਗੁਰੂ ਨਾਨਕ ਦੀ ਸਿੱਖੀ ਨਾਲ ਤੁਹਾਡਾ ਮਨ ਜੁੜਿਆ ਹੋਇਆ ਹੈ, ਸਾਰਾ ਇਤਿਹਾਸ ਪੁੱਛ ਰਹੇ ਹਨ। ਪ੍ਰੇਮ ਮੈਂ ਮਤ ਲਪਟਾਨੀ। ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਵਿੱਚ ਤੁਹਾਡੀ ਮਤ ਭਿੱਜ ਗਈ ਹੈ। ਬਾਲਾ ਬੋਲਿਓ ਸੁਨੋ ਦਇਆਲਾ। ਭਾਈ ਬਾਲਾ ਜੀ ਆਖਣ ਲੱਗੇ, ਹੈ ਦਇਆ ਦੇ ਘਰ ਸਤਿਗੁਰੂ ਜੀ ਸਰਵਣ ਕਰੋ। ਨਿਕੇ ਸੰਗ ਰਿਓ ਚਿਰਕਾਲਾ। ਬੜਾ ਲੰਬਾ ਸਮਾਂ ਮੈਨੂੰ ਗੁਰੂ ਨਾਨਕ ਦੇ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੀਨ ਬਰਖ ਤਨ ਬੈਸ ਬਡੇਰੀ। ਮਹਾਰਾਜ ਸੱਚੇ ਪਾਤਸ਼ਾਹ ਉਮਰ ਕਰਕੇ ਮੈਂ ਗੁਰੂ ਨਾਨਕ ਦੇ ਸਰੀਰ ਤੋਂ 3 ਸਾਲ ਵੱਡਾ ਹਾਂ, ਭਾਵ ਉਹਨਾਂ ਤੋਂ 3 ਸਾਲ ਪਹਿਲਾਂ ਮੇਰਾ ਜਨਮ ਹੋਇਆ ਹੈ। ਬਾਲ ਤਰਨ ਬੈ ਬਿਤੀ ਬਤੇਰੀ। ਮੇਰਾ ਬਾਲਪਨ ਵੀ ਗੁਰੂ ਨਾਨਕ ਨਾਲ ਖੇਲਦਿਆਂ ਲੰਘਿਆ, ਜਵਾਨੀ ਵੀ ਉਹਨਾਂ ਦੇ ਨਾਲ ਹੀ ਲੰਘੀ ਹੈ, ਤੇ ਬੁਢਾਪਾ ਵੀ ਮੈਂ ਉਹਨਾਂ ਦੇ ਨਾਲ ਹੀ ਮਾਣਿਆ ਹੈ। ਦੋਹਰਾ ਦੈ ਦਿਸ ਦਰਸ ਦਿਖਾਇਓ। ਦਇਆ ਦ੍ਰਿਸ਼ਟ ਦੇ ਦੇਖ। ਚਾਰੇ ਪਾਸੇ ਉਹਨਾਂ ਮੈਨੂੰ ਦਰਸ਼ਨ ਕਰਾਏ ਨੇ, ਦਇਆ ਦ੍ਰਿਸ਼ਟੀ ਕਰਦਿਆਂ ਹੋਇਆ। ਨਿਕਟ ਰਹਿਤ ਤਿਨ ਚਰਨ ਹਮ ਤਾਰਿਓ ਜਗਤ ਵਿਸੇਖ। ਜਦੋਂ ਵਿਸ਼ੇਸ਼ ਤੌਰ ਤੇ ਜਗਤ ਨੂੰ ਤਾਰਨ ਵਾਸਤੇ ਚੱਲੇ ਤਾਂ ਮੈਨੂੰ ਉਹਨਾਂ ਦੇ ਨਾਲ, ਉਹਨਾਂ ਦੇ ਚਰਨਾਂ 'ਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਦਇਆ ਐਨ ਸੁਨ ਬੈਨੀਏ ਦੈਨ ਭਗਤ ਨਿਜ ਦਾਸ। ਦਇਆ ਦੇ ਘਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਚਨ ਸੁਣੇ ਤੇ ਆਪਣੇ ਸੇਵਕਾਂ ਨੂੰ ਭਗਤੀ ਦਾ ਦਾਨ ਦੇਣ ਵਾਸਤੇ ਉੱਠ ਕਰ ਭੁਜ ਪਤ ਗਰ ਮਿਲੇ ਉਰ ਤਰ ਪਰਮ ਹੁਲਾਸ। ਇਸ ਤਰ੍ਹਾਂ ਸੁਣ ਕੇ ਜਦ ਇਹ ਗੱਲ ਕਹੀ ਵੀ ਜਿੱਥੇ ਜਿੱਥੇ ਗੁਰੂ ਨਾਨਕ ਗਏ ਮੈਨੂੰ ਨਾਲ ਹੀ ਲੈ ਕੇ ਗਏ। ਇੱਕ ਭਾਈ ਮਰਦਾਨਾ ਤੇ ਇੱਕ ਮੈਂ, ਦੋਵੇਂ ਸਾਥੀ ਰਹੇ, ਸੇਵਾ ਵਿੱਚ ਰਹੇ। ਤੇ ਗੁਰੂ ਨਾਨਕ ਦੇ ਮਹਾਰਾਜ ਸੁਣ ਕੇ ਨਾ ਤੇ ਆਪਣੇ ਸਿੰਘਾਸਣ ਤੋਂ ਉੱਠ ਕੇ ਖੜੇ ਹੋ ਗਏ ਤੇ ਭਾਈ ਬਾਲਾ ਨੂੰ ਦੋਵੇਂ ਬਾਹਾਂ ਖੋਲ ਕੇ ਤੇ ਘੁੱਟ ਕੇ ਗੱਲ ਵਕੜੀ ਕਰ ਲਈ ਗੁਰੂ ਅੰਗਦ ਦੇਵ ਜੀ ਨੇ। ਚੌਪਈ
ਬਹੁਰ ਬਿਲੋਚਨ ਮੁਚਾ ਬਿਰਾਗ। ਇਸ ਤਰ੍ਹਾਂ ਫਿਰ ਬੈਰਾਗ ਦਾ ਜਲ ਨੇਤਰਾਂ ਤੋਂ ਜਾਣ ਲੱਗ ਪਿਆ, ਛੁੱਟ ਪਿਆ। ਹਰਿਓਰ ਚਰਨਨ ਬਨ ਅਰੁਰਾਗ। ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਪ੍ਰੇਮ ਬਰਸ ਪਿਆ। ਧੀਰ ਨ ਤਰੈ ਅਧਿਕ ਧਰਿਆ। ਧੀਰਜ ਨਹੀਂ ਬਣ ਰਹੀ ਤੇ ਆਂਸੂ ਬਹੁਤ ਵਗ ਰਹੇ ਹਨ। ਤੇ ਪ੍ਰੀਤ ਕੀ ਭਗਤ ਉਲਾਸ। ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਭਗਤੀ ਦੀ ਜਿਹੜੀ ਪ੍ਰੀਤ ਹੈ ਉਹ ਅੰਦਰੋਂ ਬਰਸ ਰਹੀ ਹੈ। ਉਹ ਆਨੰਦ ਦਾ ਸਮਾਂ ਬਣਿਆ ਹੋਇਆ ਅਨੁਭਵ ਹੋ ਰਿਹਾ ਹੈ। ਸਬਤਾ ਅਸਤ ਨਿਸਾ ਹੋਇਆ। ਇਸ ਤਰ੍ਹਾਂ ਫਿਰ ਸ਼ਾਮ ਪੈ ਗਈ ਹੈ ਬਾਲਾ ਰਹਿਤ ਪਇਓ ਤਿਹ ਤੇ ਥਾਈ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਕੋਲ ਖੰਡੂਰ ਸਾਹਿਬ ਹੀ ਰੁਕ ਗਏ, ਸੰਗਤ ਜੈ ਮਿਲ ਸਮੁਦਾਇਆ। ਜਿੱਥੇ ਮਹਾਰਾਜ ਜੀ ਦੇ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਮਿਲਦੀਆਂ ਹਨ, ਦਰਸ਼ਨ ਕਰ ਰਹੀਆਂ ਹਨ। ਹਾਂ ਬੈਸਿਓ ਸਭਿਨ ਮਨ ਪਾਇਆ। ਉੱਥੇ ਭਾਈ ਬਾਲਾ ਜੀ ਨੇ ਖੰਡੂਰ ਸਾਹਿਬ ਨਿਵਾਸ ਕਰ ਲਿਆ। ਸਭ ਨੂੰ ਚੰਗਾ ਲੱਗਿਆ, ਬੜਾ ਮਨ ਖੁਸ਼ ਹੋਇਆ ਬਈ ਗੁਰੂ ਨਾਨਕ ਦੇਵ ਜੀ ਦੇ ਸਾਰੀ ਜ਼ਿੰਦਗੀ ਨਾਲ ਰਹਿਣ ਵਾਲੇ ਮਹਾਂਪੁਰਖ ਭਾਈ ਬਾਲਾ ਜੀ ਦਾ ਦੀਦਾਰ ਹੋਇਆ ਹੈ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਆਪ ਕੱਲ ਗੁਰੂ ਮਿਹਰ ਸਦਕਾ, ਗੁਰੂ ਬਖਸ਼ਿਸ਼ ਸਦਕਾ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਜਪੀਏ ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।